ਸੁਣ ਵਾਡ ਕਾਜੀਆ, ਸੁਣ ਵਾਡ ਕਾਜੀਆ, ਹਰ ਅੰਮ੍ਰਿਤ ਬਾਣੀ ਰਾਮ, ਸੁਣ ਵਾਡ ਕਾਜੀਆ, ਸੁਣ ਵਾਡ ਕਾਜੀਆ। ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾਕੀ, ਰਿਦ ਸਿਧ ਅਵਰਾ ਸਾਧ। ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲੇਖੇ ਆਵੈ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਇਹ ਫਰਮਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਤ ਬਾਣੀ ਜਪ ਸਾਹਿਬ ਵਿੱਚ 29ਵੀਂ ਪੌੜੀ 'ਚ ਸੁਭਾਇਮਾਨ ਹੈ। ਆਪ ਜੀ ਫਰਮਾਉਂਦੇ ਨੇ ਕਿ ਉਸ ਅੱਗੇ ਨਮਸਕਾਰ ਹੈ ਜਿਸ ਦੇ ਹੱਥ ਵਿੱਚ ਸੰਜੋਗ ਤੇ ਵਿਜੋਗ ਦੀ ਅਦੁੱਤੀ ਕਾਰ ਹੈ। ਉਹ ਜਿਸ ਤੇ ਬਖਸ਼ਿਸ਼ ਕਰਦਾ ਹੈ ਉਸ ਨੂੰ ਉਸ ਦੇ ਕਰਮਾਂ ਅਨੁਸਾਰ ਫਲ ਪ੍ਰਦਾਨ ਕਰਦਾ ਹੈ। ਦਰਅਸਲ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੀ ਇਨਸਾਨ ਸੰਜੋਗ ਤੇ ਵਿਯੋਗ ਦੀ ਅਵਸਥਾ ਪ੍ਰਾਪਤ ਕਰਦਾ ਹੈ। ਇੱਥੇ ਸੰਜੋਗ ਤੇ ਵਿਯੋਗ ਉਸ ਅਕਾਲ ਪੁਰਖ ਪਰਮਾਤਮਾ ਨਾਲ ਹੈ ਜਿਸ ਉੱਪਰ ਉਸ ਦਾ ਕਰਮ ਹੋ ਜਾਵੇ, ਭਾਵ ਨਦਰ ਹੋ ਜਾਵੇ, ਉਸ ਨੂੰ ਅਭੇਦਤਾ ਬਖਸ਼ ਦਿੰਦਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰੀ ਬਾਣੀ ਜਿਸ ਦਾ ਸਿਰਲੇਖ ਹੈ ਸ਼੍ਰੀ 12 ਮਾਹ ਮਾਂਝ। ਇਸ ਬਾਣੀ ਵਿੱਚ ਆਪ ਜੀ ਨੇ ਸਾਲ ਦੇ 12 ਮਹੀਨਿਆਂ ਦਾ ਖੂਬਸੂਰਤੀ ਨਾਲ ਵਰਣਨ ਕੀਤਾ ਹੈ। ਦਰਅਸਲ ਇਹ ਵਿਯੋਗ ਤੇ ਸੰਜੋਗ ਦੀ ਅਵਸਥਾ ਦਾ ਹੀ ਚਿਤਰਣ ਹੈ। ਸਰਵਣ ਕਰਦੇ ਹਾਂ ਸ਼੍ਰੀ 12 ਮਾਹ ਮਾਂਝ ਵਿੱਚੋਂ ਅੱਜ ਆਰੰਭ ਹੋਏ ਮਹੀਨੇ ਦਾ ਪਾਠ ਤੇ ਵਿਆਖਿਆ। ਪਾਠ ਤੇ ਵਿਆਖਿਆ ਕੀਤੀ ਹੈ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ। ਵਿਸਾਖ ਧੀਰਨ ਕਿਉ ਵਾਡਿਆ, ਜਿਨਾ ਪ੍ਰੇਮ ਵਿਛੋ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਪੁੱਤਰ ਕਲਿਤਰ ਨ ਸੰਗ ਧਨਾ, ਹਰ ਅਵਨਾਸੀਓ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ। ਇਕਸ ਹਰ ਕੈ ਨਾਮ ਬਿਨ, ਅੱਗੇ ਲਈਏ ਖੋਏ। ਦੋਇ ਵਿਸਾਰ ਵਿਗੁਚਣਾ, ਪ੍ਰਭ ਬਿਨ ਅਵਰ ਨ ਕੋਇ। ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋਇ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪਰਾਪਤ ਹੋਇ। ਵੈਸਾਖ ਸੁਹਾਵਾ ਤਾਂ ਲਗੇ, ਜਾਂ ਸੰਤ ਭੇਟੇ ਹਰ ਸੋਇ। ਵਿਸਾਖ ਦਾ ਮਹੀਨਾ ਖਾਸ ਕਰਕੇ ਫਸਲਾਂ ਪੱਕਦੀਆਂ ਨੇ। ਕਿਸਾਨ ਦੇ ਘਰ ਵਿੱਚ ਅੰਨ ਧਨ ਆਉਂਦਾ ਹੈ ਔਰ ਉਹ ਖੁਸ਼ੀ ਨਾਲ ਉਛਲ ਪੈਂਦਾ ਹੈ। ਧਨ ਦੇ ਮਿਲਦਿਆਂ ਸੰਸਾਰੀ ਉਛਲ ਪੈਂਦਾ ਹੈ, ਖੁਸ਼ ਹੁੰਦਾ ਹੈ। ਧਰਮ ਦੇ ਮਿਲਦਿਆਂ ਭਗਤ ਪ੍ਰਸੰਨ ਹੁੰਦਾ ਹੈ, ਖੇੜੇ ਵਿੱਚ ਆਉਂਦਾ ਹੈ। ਵਿਸਾਖ ਦੇ ਮਹੀਨੇ ਨੂੰ ਸਾਹਮਣੇ ਰੱਖਦੇ ਹੋਏ ਸਤਿਗੁਰ ਉਪਦੇਸ਼ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੁੱਖ ਮਿਲ ਸਕਦਾ ਹੈ, ਉਹਨਾਂ ਨੂੰ ਕਿਸ ਤਰ੍ਹਾਂ ਧੀਰਜ ਮਿਲ ਸਕਦਾ ਹੈ ਜਿਹੜੇ ਪਰਮਾਤਮਾ ਤੋਂ ਇੱਕ ਪਾਸੇ ਨੇ, ਵਿਛੜੇ ਹੋਏ ਨੇ। ਜਿੱਥੇ ਪਰਮਾਤਮਾ ਦਾ ਮਿਲਾਪ ਨਹੀਂ ਉੱਥੇ ਪਰਮਾਤਮਾ ਦਾ ਪ੍ਰੇਮ ਵੀ ਨਹੀਂ। ਦੋਵੇਂ ਗੱਲਾਂ ਤੋਂ ਹੀਣੇ ਨੇ। ਨਾ ਪ੍ਰੇਮ ਹੈ, ਨਾ ਮਿਲਾਪ ਹੈ, ਨਾ ਉਸ ਦੀ ਯਾਦ ਹੈ, ਨਾ ਉਸ ਦਾ ਮਿਲਨ ਹੈ। ਐਸੇ ਬੰਦਿਆਂ ਨੂੰ ਧੀਰਜ ਕਿੱਥੇ, ਐਸੇ ਬੰਦਿਆਂ ਨੂੰ ਚੈਨ ਕਿੱਥੇ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਐਸਾ ਜੋ ਸੱਜਣ ਹੈ ਉਸ ਨੂੰ ਭੁਲਾ ਬੈਠੇ ਨੇ, ਕਿਉਂਕਿ ਮਾਇਆ ਦੀ ਬਹੁਤ ਵੱਡੀ ਧਾਵਣਾ ਲੱਗ ਗਈ ਹੈ। ਮਾਇਆ ਦੀ ਬਹੁਤ ਵੱਡੀ ਭਟਕਣਾ ਵਿੱਚ ਪੈ ਗਏ ਨੇ। ਤਾਂ ਮਾਇਆ ਕੀ ਹੈ? ਸਤਿਗੁਰ ਅੱਗੇ ਮਾਇਆ ਦਾ ਰੂਪ ਬਿਆਨ ਕਰਦੇ ਨੇ। ਪੁੱਤਰ ਕਲਤਰ ਨ ਸੰਗ ਧਨਾ, ਹਰ ਅਵਨਾਸੀ ਓ। ਮਾਇਆ ਦਾ ਰੂਪ ਨੇ ਕੁਟੰਬ, ਧੀਆਂ, ਪੁੱਤਰ, ਇਸਤਰੀ, ਧਨ ਇਤਿਆਦਿਕ।
ਵੈਸੇ ਜਿਸ ਜਿਸ ਵਸਤੂ ਕਰਕੇ ਹਸਤੀ ਕਰਕੇ ਪ੍ਰਮਾਤਮਾ ਭੁੱਲਦਾ ਹੋਵੇ ਬਸ ਉਹ ਮਾਇਆ ਹੈ। ਸਾਹਿਬ ਫਰਮਾਨ ਕਰਦੇ ਨੇ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਵ ਦੂਜਾ ਲਾਇਆ। ਜਿਸ ਗੱਲ ਦੇ ਜਿਸ ਵਿਚਾਰ ਦੇ ਆਉਂਦੇ ਹਾਂ, ਜਿਸ ਲੇਖ ਦੇ ਪੜ੍ਹਦੇ ਹਾਂ, ਜਿਸ ਕਰਮ ਦੇ ਕਰਦੇ ਹਾਂ, ਪਰਮਾਤਮਾ ਭੁੱਲਦਾ ਹੋਵੇ, ਦੁਬਦਾ ਅੰਦਰ ਪੈਦਾ ਹੁੰਦੀ ਹੋਵੇ, ਉਹ ਵਸਤੂ, ਉਹ ਹਸਤੀ, ਉਹ ਕਰਮ ਮਾਇਆ ਹੈ। ਮਾਇਆ ਦੇ ਵਿੱਚ ਕੁਝ ਪ੍ਰਬਲ ਰੂਪ ਵੀ ਨੇ, ਜੈਸੇ ਕਿ ਧਨ ਹੈ, ਪੁੱਤਰ ਹੈ, ਇਸਤਰੀ ਹੈ। ਇਕਾਂਤ ਦੇ ਵਿੱਚ ਮਨੁੱਖ ਨੂੰ ਆਪਣਾ ਪਰਿਵਾਰ ਚੇਤੇ ਆਉਂਦਾ ਹੈ, ਆਪਣੀ ਸੰਪਦਾ ਚੇਤੇ ਆਉਂਦੀ ਹੈ, ਆਪਣਾ ਘਰ ਚੇਤੇ ਆਉਂਦਾ ਹੈ, ਔਰ ਇਸੇ ਚਿੰਤਨ ਵਿੱਚ ਐਸਾ ਡੁੱਬ ਜਾਂਦਾ ਹੈ ਕਿ ਇਸ ਦੀ ਚੇਤਨਾ ਫਿਰ ਅੱਗੇ ਗਮਨ ਨਹੀਂ ਕਰਦੀ। ਸਾਹਿਬਾਂ ਦਾ ਫਰਮਾਨ ਹੈ ਕਿ ਮਾਇਆ ਦਾ ਰੂਪ ਪੁੱਤਰ ਕਲਿਤਰ ਨਾ ਸੰਗ ਧਨਾ ਹਰ ਅਵਨਾਸੀ ਹੋ। ਮਨੁੱਖ ਨਿਰਾ ਸੰਸਾਰੀ ਨਹੀਂ, ਮਨੁੱਖ ਨਿਰਾ ਭੌਤਿਕ ਨਹੀਂ। ਸਰੀਰ ਭੌਤਿਕ ਹੈ ਪਰ ਮਨੁੱਖ ਦੀ ਆਤਮਾ ਚੇਤਨ ਹੈ, ਪ੍ਰਕਾਸ਼ਮਾਨ ਹੈ। ਭੌਤਿਕ ਦੇ ਸੰਬੰਧ ਭੌਤਿਕ ਨਾਲ ਜੋੜ, ਪਰ ਪ੍ਰਕਾਸ਼ ਦਾ ਸੰਬੰਧ ਪ੍ਰਕਾਸ਼ ਨਾਲ ਜੋੜ। ਹੁੰਦਾ ਕੀ ਹੈ, ਇਹ ਭੌਤਿਕ ਸਰੀਰ, ਇਹ ਮਿੱਟੀ ਦਾ ਪੁਤਲਾ, ਇਹ ਤੇ ਅਸੀਂ ਮਿੱਟੀ ਨਾਲ ਸੰਬੰਧ ਜੋੜਦੇ ਹਾਂ, ਪਰ ਨੂਰ ਨੂੰ ਵੀ ਮਿੱਟੀ ਨਾਲ ਸੰਬੰਧਿਤ ਕਰਦੇ ਹਾਂ, ਜਿਹਦੇ ਨਾਲ ਸਾਰੀ ਜ਼ਿੰਦਗੀ ਸਾਡੀ ਵਿਅਰਥ ਚਲੀ ਜਾਂਦੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਹਰੀ ਰੂਪ ਪਰਮਾਤਮਾ ਉਹ ਐਸਾ ਹੈ, ਅਵਨਾਸੀ ਹੈ, ਨਾਸ ਤੋਂ ਰਹਿਤ ਹੈ। ਉਸ ਨੂੰ ਤੂੰ ਕਦੀ ਸਾਥ ਸੰਗੀ ਨਹੀਂ ਬਣਾਇਆ, ਲੇਕਿਨ ਐਸਿਆਂ ਨੂੰ ਬਣਾਇਆ ਜੋ ਸਦਾ ਬਿਨ ਸੰਹਾਰ ਨੇ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋ। ਆਖਿਰ ਝੂਠੇ ਧੰਦਿਆਂ ਦੇ ਖੱਜਲ ਖੁਆਰ ਹੋਈ, ਪਰੇਸ਼ਾਨ ਹੋਈ, ਬੇਚੈਨ ਹੋਈ ਇਹ ਜੀਵ ਇਸਤਰੀ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ। ਇੱਕ ਨਾਮ ਤੋਂ ਬਿਨਾਂ ਅੱਗੇ ਸਭ ਕੁਝ ਖੋ ਲਿਆ ਜਾਂਦਾ, ਭਾਵ ਕੁਝ ਵੀ ਨਹੀਂ ਜਾਂਦਾ, ਸਭ ਕੁਝ ਇੱਥੇ ਰਹਿ ਜਾਂਦਾ। ਇੱਕ ਸੂਈ ਵੀ ਮਨੁੱਖ ਅੱਗੇ ਨਹੀਂ ਲੈ ਜਾ ਸਕਦਾ। ਇੱਕ ਇੱਕ ਚੀਜ਼ ਦੀ ਇਤਨੀ ਪਕੜ, ਲੇਕਿਨ ਸਭ ਕੁਝ ਛੱਡਣਾ ਪੈਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਅੱਗੇ ਹੋਰ ਕੁਝ ਵੀ ਨਹੀਂ ਜਾਂਦਾ। ਦੋ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ। ਪਰਮਾਤਮਾ ਨੂੰ ਭੁਲਾ ਕੇ ਤਾਂ ਖੁਆਰ ਹੀ ਹੋਣਾ ਹੈ, ਦੁਖੀ ਹੋਣਾ ਹੈ। ਔਰ ਇਹ ਮਨੁੱਖ ਪ੍ਰਭ ਬਿਨ ਅਵਰ ਨਾ ਕੋਏ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਜੋ ਦੁੱਖਾਂ ਤੋਂ ਛੁਟਕਾਰਾ ਦਿਲਾ ਸਕੇ। ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਏ। ਜੋ ਪਰਿਪੂਰਨ ਪਰਮਾਤਮਾ ਦੇ ਚਰਨ ਸਪਰਸ਼ ਕਰਦੇ ਨੇ, ਉਹਨਾਂ ਦੀ ਸੋਭਾ ਬੜੀ ਨਿਰਮਲ ਹੈ, ਉਹਨਾਂ ਦੀ ਵਡਿਆਈ ਬੜੀ ਨਿਰਮਲ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਨਾਨਕ ਦੀ ਅਰਦਾਸ ਹੈ, ਬਿਨੇ ਹੈ, हे ਪ੍ਰਭੂ ਤੇਰਾ ਮਿਲਨ ਹੋਵੇ, ਤੇਰੀ ਪ੍ਰਾਪਤੀ ਹੋਵੇ। ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ। ਵਿਸਾਖ ਦਾ ਮਹੀਨਾ ਤੇ ਤਾਂ ਹੀ ਸੁਹਾਵਣਾ ਹੈ, ਸੁੱਖਾਂ ਵਾਲਾ ਹੈ ਕਿ ਸਤਸੰਗ ਦੀ ਪ੍ਰਾਪਤੀ ਹੋਵੇ ਤੇ ਹਰੀ ਦੀ ਭੇਟ ਨਸੀਬ ਹੋਵੇ। ਆਪ ਜੀ ਸਰਵਣ ਕਰ ਰਹੇ ਸੋ ਸ਼੍ਰੀ 12ਵਾਂ ਮਾਝ ਵਿੱਚੋਂ ਅੱਜ ਆਰੰਭ ਹੋਏ ਮਹੀਨੇ ਦਾ ਪਾਠ ਤੇ ਉਸ ਦੀ ਵਿਆਖਿਆ। ਪਾਠ ਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ। ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ। ਇਹ ਤੱਥ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਂਝ ਰਾਗ ਵਿੱਚ ਉਚਾਰੀ ਹੋਈ ਬਾਣੀ ਸ਼੍ਰੀ 12 ਮਾਹ ਵਿੱਚ ਬਿਆਨ ਕਰਦੇ ਨੇ। ਸ਼੍ਰੀ 12 ਮਾਹ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗ ਤੁਖਾਰੀ ਵਿੱਚ ਉਚਾਰੀ ਹੈ। ਅੱਜ ਆਰੰਭ ਹੋਏ ਮਹੀਨੇ ਦਾ ਵਰਣਨ ਕਰਦਿਆਂ ਸਾਹਿਬ ਫਰਮਾਉਂਦੇ ਨੇ ਕਿ ਵਿਸਾਖ ਇਤਨਾ ਭਲਾ ਹੈ ਕਿ ਦਰਖਤਾਂ ਦੀਆਂ ਟਹਿਣੀਆਂ ਪੱਤਿਆਂ ਦਾ ਵੇਸ ਧਾਰਨ ਕਰ ਲੈਂਦੀਆਂ ਨੇ ਤੇ ਜੀਵ ਰੂਪੀ ਇਸਤਰੀ ਨੂੰ ਕੰਤ ਪ੍ਰਭੂ ਪਰਮੇਸ਼ਵਰ ਦੇ ਆਉਣ ਦੀ ਉਡੀਕ ਹੁੰਦੀ ਹੈ। ਆਪ ਜੀ ਫਰਮਾਉਂਦੇ ਨੇ, ਵੈਸਾਖ ਭਲਾ ਸਾਖਾ ਵੇਸ ਕਰੇ, ਤਨ ਦੇਖੈ ਹਰ ਦਵਾਰ, ਆਵੋ ਦਇਆ ਕਰੇ। ਸਰਵਣ ਕਰਦੇ ਹਾਂ ਬੀਬੀ ਰਜਿੰਦਰ ਕੌਰ ਹੋਰਾਂ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਵੈਸਾਖ ਭਲਾ ਸਾਖਾ ਵੇਸ ਕਰੇ, ਤਨ ਦੇਖੈ ਹਰ ਦਵਾਰ, ਤਨ ਦੇਖੈ ਹਰ ਦਵਾਰ, ਆਵੋ ਦਇਆ
कर आओ प्यारे दूतर तारे, कर आओ प्यारे दूतर तारे, तुद बिन अड ना मोलो, तुद बिन अड ना मोलो, कीमत कौन करे तुद पावा, कीमत कौन करे तुद पावा, देख दिखावे टोलो, देख दिखावे टोलो, साखा वेस करे, बैसाख फला साखा वेस करे। दूर न जाना अंतर माना, दूर न जाना अंतर माना, हर का महल पहचाना, हर का महल पहचाना, नानक वे सखी प्रभ पावे, नानक वे सखी प्रभ पावे, सुरत शब्द मान माना, सुरत शब्द मान माना, वैसाख फला सखा वेस करे, तन देखे हर द्वार, तन देखे हर द्वार, आवो दया करे, सखा वेस करे, बैसाख फला सखा वेस करे, बैसाख फला सखा वेस करे। वैसाख पला साखा वेस करे, तन देखे हर द्वार, आवो दया करे। इस शब्द ਦਾ ਗਾਇਨ ਕੀਤਾ ਸੀ ਬੀਬੀ ਰਜਿੰਦਰ ਕੌਰ ਹੋਰਾਂ। ਧੁਰ ਕੀ ਬਾਣੀ ਅੰਮ੍ਰਿਤ ਦਾ ਭੰਡਾਰ ਹੈ। ਇਹ ਅੰਮ੍ਰਿਤਮਈ ਸ਼ਬਦ ਕਲਿਆਣਕਾਰੀ ਹੈ। ਇਸ ਅੰਮ੍ਰਿਤਮਈ ਸ਼ਬਦ ਦਾ ਵਪਾਰ ਕਰਨ ਵਾਲੇ ਹੋਛੇ ਨਸ਼ਿਆਂ ਦੀ ਖੁਮਾਰੀ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਨਾਮ ਰੂਪੀ ਅੰਮ੍ਰਿਤ ਦਾ ਖੁਮਾਰ ਚੜਿਆ ਹੁੰਦਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੇ ਗਏ ਅੰਮ੍ਰਿਤ ਦੇ ਸੰਕਲਪ ਨੂੰ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਈਸਵੀ ਸਨ 1699 ਦੀ ਵਿਸਾਖੀ ਵਾਲੇ ਦਿਹਾੜੇ ਖਾਲਸੇ ਦੀ ਜਨਮ ਭੂਮੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੂਰਤੀਮਾਨ ਕੀਤਾ। ਆਪ ਜੀ ਨੇ ਵਿਸ਼ੇਸ਼ ਵਿਧੀ ਦੁਆਰਾ ਤਿਆਰ ਕੀਤੀ ਹੋਈ ਖੰਡੇ ਬਾਟੇ ਦੀ ਪਾਹੁਲ ਭਾਵ ਅੰਮ੍ਰਿਤ ਆਪਣੇ ਪਿਆਰੇ ਗੁਰਸਿੱਖਾਂ ਨੂੰ ਛਕਾਇਆ ਅਤੇ ਉਹਨਾਂ ਨੂੰ ਸਿੰਘ ਸਜਾ ਦਿੱਤਾ।
ਐਸੇ ਸੂਰਮੇ ਤਿਆਰ ਕਰ ਦਿੱਤੇ ਜੋ ਦੇਸ਼ ਕੌਮ ਲਈ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪਣਾ ਆਪਾ ਵਾਰ ਦਿੰਦੇ ਨੇ। ਐਸੀ ਹੈ ਅੰਮ੍ਰਿਤ ਦੀ ਮਹਾਨਤਾ, ਜਿਸ ਦਾ ਆਰੰਭ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਸੀ। ਸੁਣਦੇ ਹਾਂ ਡਾਕਟਰ ਸੋਹਣ ਸਿੰਘ ਹੋਰਾਂ ਪਾਸੋਂ ਵਾਰਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀ ਬਾਣੀ ਵਿੱਚ ਅੰਮ੍ਰਿਤ ਦਾ ਸੰਕਲਪ। ਅੰਮ੍ਰਿਤ ਸ਼ਬਦ ਦੇ ਉਚਾਰਨ ਨਾਲ ਹੀ ਮਨ ਵਿੱਚ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਿਆਲ ਪੈਦਾ ਹੋ ਜਾਂਦਾ ਹੈ। ਪਰ ਦਸਮ ਪਾਤਸ਼ਾਹ ਦੁਆਰਾ 1699 ਈਸਵੀ ਦੀ ਵਿਸਾਖੀ ਦੇ ਦਿਹਾੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਇਸ ਸ਼ਬਦ ਦੀ ਵਰਤੋਂ ਹੁੰਦੀ ਰਹੀ ਹੈ। ਸਨਾਤਨ ਮਤ ਵਿੱਚ ਇਸ ਸ਼ਬਦ ਦੀ ਵਰਤੋਂ ਮੌਤ ਦੇ ਪ੍ਰਭਾਵ ਤੋਂ ਬਚਾਉਣ ਵਾਲੇ ਇੱਕ ਅਜਿਹੇ ਪਦਾਰਥ ਲਈ ਕੀਤੀ ਗਈ ਹੈ ਜਿਹੜਾ ਦੇਵਤਿਆਂ ਅਤੇ ਰਾਖਸ਼ੀਸ਼ਾਂ ਦੁਆਰਾ ਸਮੁੰਦਰ ਮੰਥਨ ਤੋਂ ਪੈਦਾ ਹੋਇਆ ਸੀ। ਭਾਈ ਕਾਨ ਸਿੰਘ ਨਾਭਾ ਵੀ ਇਸ ਸ਼ਬਦ ਨੂੰ ਇਨ੍ਹਾਂ ਹੀ ਅਰਥਾਂ ਵਿੱਚ ਵਰਤਦੇ ਹੋਏ ਲਿਖਦੇ ਹਨ ਕਿ ਅੰਮ੍ਰਿਤ ਇੱਕ ਪੀਣਯੋਗ ਪਦਾਰਥ ਹੈ ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ। ਅਸਲ ਵਿੱਚ ਅੰਮ੍ਰਿਤ ਦੀ ਸ਼ਕਤੀ ਰਾਹੀਂ ਜਿਸ ਮੌਤ 'ਤੇ ਕਾਬੂ ਪਾਇਆ ਜਾਂਦਾ ਹੈ ਉਹ ਆਤਮਿਕ ਮੌਤ ਹੈ, ਜਿਹੜੀ ਕਿ ਸਰੀਰਕ ਮੌਤ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਵਾਸੀਆਂ ਦੀ ਅਜਿਹੀ ਦੁਖਦਾਇਕ ਸਥਿਤੀ ਨੂੰ ਦੇਖਦਿਆਂ ਹੀ ਉਹਨਾਂ ਨੂੰ ਅਜਿਹੀ ਮੌਤ ਦੇ ਪ੍ਰਭਾਵ ਤੋਂ ਮੁਕਤ ਕਰਾਉਣ ਲਈ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ। ਅੰਮ੍ਰਿਤ ਦੀ ਬਰਕਤ ਨਾਲ ਹੀ ਇੱਕ ਸਿੰਘ ਨੇ ਸਵਾ ਲੱਖ ਦਾ ਮੁਕਾਬਲਾ ਕੀਤਾ। ਸਰੀਰਕ ਕੁਰਬਾਨੀ ਦੇਣ ਦੇ ਬਾਵਜੂਦ ਵੀ ਉਹ ਆਤਮਿਕ ਤੌਰ ਤੇ ਅਮਰ ਹੋ ਗਏ। ਦਰਅਸਲ ਦਸ਼ਮੇਸ਼ ਪਿਤਾ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੇ ਅੰਮ੍ਰਿਤ ਦੇ ਸੰਕਲਪ ਨੂੰ ਹੀ ਮੂਰਤੀਮਾਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤ ਨੂੰ ਇਨ੍ਹਾਂ ਹੀ ਅਰਥਾਂ ਵਿੱਚ ਵਰਤਿਆ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚੋਂ ਆਤਮਿਕ ਮੌਤ ਤੇ ਜਿੱਤ ਪ੍ਰਾਪਤ ਕਰਨ ਲਈ ਨਾਮ ਰੂਪੀ ਅੰਮ੍ਰਿਤ ਦਾ ਸੰਕਲਪ ਸਾਹਮਣੇ ਆਉਂਦਾ ਹੈ, ਕਿਉਂਕਿ ਰਾਜੇ, ਮਹਾਰਾਜੇ, ਸਰਦਾਰ, ਬਾਦਸ਼ਾਹ, ਚੌਧਰੀ, ਸ਼ਾਹੂਕਾਰ ਆਦਿ ਸਾਰੇ ਹੀ ਦੁਨਿਆਵੀ ਪੱਧਰ ਤੇ ਵਿਚਰਨ ਵਾਲੇ ਜੀਵ ਪ੍ਰਭੂ ਨਾਮ ਨੂੰ ਭੁੱਲ ਕੇ ਆਤਮਿਕ ਮੌਤ ਦਾ ਕਸ਼ਟ ਸਹਾਰਦੇ ਹਨ। ਇਸ ਪ੍ਰਕਾਰ ਇਹ ਪ੍ਰਭੂ ਨਾਮ ਹੀ ਹੈ ਜਿਹੜਾ ਇਸ ਤੋਂ ਛੁਟਕਾਰਾ ਦਿਵਾ ਕੇ ਮਨੁੱਖ ਨੂੰ ਅਮਰ ਕਰਦਾ ਹੈ। ਇਸੇ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਪਾਸੋਂ ਉਸ ਦੇ ਨਾਮ ਧਨ ਦੀ ਅੰਮ੍ਰਿਤਮਈ ਦਾਤ ਮੰਗਦੇ ਹਨ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾ ਮੋਹ ਭੂਲੈ ਜਮ ਕਾ ਦੁਖ ਸਹਿਣਾ। ਮੈਂ ਧਰ ਨਾਮ ਜਿਉ ਰਾਖੋ ਰਹਿਣਾ, ਚੌਧਰੀ ਰਾਜੇ ਨਹੀਂ ਕਿਸੈ ਮੁਕਾਮ। ਸ਼ਾਹ ਮਰੈ ਸੰਚੈ ਮਾਇਆ ਦਾਮ, ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ। ਇਸੇ ਲਈ ਗੁਰੂ ਨਾਨਕ ਦੇਵ ਜੀ ਨਾਮ ਰੂਪੀ ਅੰਮ੍ਰਿਤ ਨੂੰ ਸਾਰੇ ਸੁੱਖਾਂ ਦਾ ਦਾਤਾ ਪ੍ਰਵਾਨ ਕਰਦੇ ਹੋਏ ਗੁਰੂ ਸਿੱਖਿਆ ਤੇ ਚੱਲਣ ਨੂੰ ਹੀ ਇਸ ਦੀ ਪ੍ਰਾਪਤੀ ਦਾ ਸਾਧਨ ਦਰਸਾਉਂਦੇ ਹਨ ਤੇ ਮਨੁੱਖ ਨੂੰ ਸਾਰੇ ਭਰਮਾਂ ਦਾ ਤਿਆਗ ਕਰਕੇ ਇਸ ਨਾਮ ਰੂਪੀ ਅੰਮ੍ਰਿਤ ਨੂੰ ਪੀਣ ਦੀ ਹਦਾਇਤ ਕਰਦੇ ਹਨ, ਕਿਉਂਕਿ ਜਿਸ ਵਡਭਾਗੇ ਮਨੁੱਖ ਨੂੰ ਇਸ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਨਾਮ ਰੂਪੀ ਅੰਮ੍ਰਿਤ ਦੇ ਦਾਤੇ ਅਕਾਲ ਪੁਰਖ ਵਾਂਗ ਆਪ ਵੀ ਇੱਛਾ ਰਹਿਤ ਹੋ ਜਾਂਦਾ ਹੈ, ਜਦ ਕਿ ਇੱਛਾਵਾਂ ਹੀ ਅਧਿਆਤਮਕ ਮਾਰਗ ਦੇ ਪਾਂਧੀ ਲਈ ਸਭ ਤੋਂ ਵੱਡੀ ਰੁਕਾਵਟ ਹਨ। ਜਿਹੜਾ ਜੀਵ ਅਜਿਹੇ ਅੰਮ੍ਰਿਤ ਦਾ ਅਭਿਲਾਸ਼ੀ ਹੁੰਦਾ ਹੈ ਉਸ ਨੂੰ ਦੁਨਿਆਵੀ ਨਸ਼ਿਆਂ ਦੀ ਲੋੜ ਨਹੀਂ ਰਹਿੰਦੀ। ਉਹ ਹਮੇਸ਼ਾ ਨਾਮ ਅੰਮ੍ਰਿਤ ਵਿੱਚ ਰਸਿਆ ਰਹਿੰਦਾ ਹੈ। ਪਰ ਇਸ ਅੰਮ੍ਰਿਤ ਦੀ ਸਾਰ ਉਹੀ ਮਨੁੱਖ ਜਾਣਦਾ ਹੈ ਜਿਹੜਾ ਇਸ ਦਾ ਵਪਾਰੀ ਹੁੰਦਾ ਹੈ। ਜਿਹੜਾ ਇਸ ਨੂੰ ਇੱਕ ਵਾਰ ਪੀ ਲੈਂਦਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ। ਰਾਗ ਆਸਾ ਦੇ ਇੱਕ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ
ਕਿ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਦੀ ਖੁਮਾਰੀ ਨਾਲ ਅਨਾਹਦ ਨਾਦ ਦੀ ਧੁਨ ਸੁਣਾਈ ਦਿੰਦੀ ਹੈ। ਆਪ ਜੀ ਫਰਮਾਉਂਦੇ ਹਨ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਨਿਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਪਰ ਇਹ ਰਸ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਤੇ ਆਪ ਅਕਾਲ ਪੁਰਖ ਕਿਰਪਾ ਕਰੇ। ਪੂਰਾ ਸਾਚ ਪਿਆਲਾ ਸਹਜੇ, ਸਹਿ ਪਿਆਏ ਜਾ ਕੋ ਨਦਰ ਕਰੇ, ਅੰਮ੍ਰਿਤ ਕਾਵਾ ਭਾਰੀ ਹੋਵੈ, ਕਿਆ ਮਦ ਸ਼ੂਸ਼ੈ ਭਾਉ ਧਰੇ। ਆਪ ਜੀ ਇਹ ਵੀ ਫਰਮਾਉਂਦੇ ਹਨ ਕਿ ਧੁਰ ਕੀ ਬਾਣੀ ਮਾਨੋ ਅੰਮ੍ਰਿਤ ਹੈ ਅਤੇ ਇਹੀ ਮੁਕਤੀ ਪ੍ਰਦਾਤਾ ਹੈ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਨ ਭਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠੈ ਕਰੈ ਕਿਆ। ਗੁਰੂ ਨਾਨਕ ਦੇਵ ਜੀ ਨੇ ਬੇਸ਼ੱਕ ਨਾਮ ਦਾ ਦਾਤਾ ਪ੍ਰਭੂ ਪਰਮਾਤਮਾ ਨੂੰ ਹੀ ਮੰਨਿਆ ਹੈ, ਪਰ ਮਨੁੱਖੀ ਮਨ ਅੰਦਰ ਇਸ ਦਾ ਪ੍ਰਵੇਸ਼ ਕਿਤੋਂ ਬਾਹਰੋਂ ਨਹੀਂ ਹੁੰਦਾ, ਬਲਕਿ ਪ੍ਰਭੂ ਬਖਸ਼ਿਸ਼ ਦੁਆਰਾ ਇਹ ਮਨੁੱਖੀ ਹਿਰਦੇ ਵਿੱਚੋਂ ਹੀ ਉਪਜਦਾ ਹੈ। ਪਰ ਇਸ ਲਈ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਸਵੈ ਪੜਚੋਲੀ ਵਿਧੀ ਨੂੰ ਲਾਜ਼ਮੀ ਮੰਨਿਆ ਹੈ। ਜਿਹੜੇ ਆਪੇ ਦੀ ਪੜਚੋਲ ਕਰ ਲੈਂਦੇ ਹਨ, ਉਹ ਆਪੇ ਦਾ ਸੁਧਾਰ ਕਰਕੇ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਅਮਰ ਜਾਣ ਕੇ ਮਨੁੱਖ ਇਸ ਤੋਂ ਗਾਫਲ ਹੀ ਰਹਿੰਦਾ ਹੈ। ਉਹ ਬਾਹਰੀ ਭਟਕਣਾਵਾਂ ਵਿੱਚ ਭਟਕਦਾ ਹੋਇਆ ਹਿਰਦੇ ਵਿੱਚੋਂ ਪੈਦਾ ਹੋਣ ਵਾਲੇ ਇਸ ਨਾਮ ਰੂਪੀ ਅੰਮ੍ਰਿਤ ਦੀ ਸੰਭਾਲ ਨਹੀਂ ਕਰਦਾ, ਜਿਸ ਕਾਰਨ ਮਨੁੱਖੀ ਮਨ ਦੇ ਵਿਕਾਰ ਇਸ ਅੰਮ੍ਰਿਤ ਨੂੰ ਚੋਰੀ ਕਰਕੇ ਲਈ ਜਾ ਰਹੇ ਹਨ ਅਤੇ ਇਹਨਾਂ ਨੂੰ ਰੋਕਣ ਜਾਂ ਵਰਜਣ ਵਾਲਾ ਕੋਈ ਨਹੀਂ ਹੈ। ਪਰ ਜਿਹੜਾ ਮਨੁੱਖ ਇਸ ਦੀ ਰਖਵਾਲੀ ਕਰ ਲੈਂਦਾ ਹੈ, ਅਕਾਲ ਪੁਰਖ ਆਪ ਉਸ ਨੂੰ ਵਡਿਆਈ ਬਖਸ਼ਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੌੜੀ ਗੁਆਰੇਰੀ ਰਾਗ ਵਿੱਚ ਫਰਮਾਨ ਕਰਦੇ ਹਨ, ਕਰ ਮਹਿ ਅੰਮ੍ਰਿਤ ਤਸਕਰ ਲਈ, ਨੰਨਾ ਕਾਰ ਨਾ ਕੋਏ ਕਰੇਈ, ਰਾਖੈ ਆਪ ਵਡਿਆਈ ਦੇਈ। ਪਰ ਜਿਹੜੇ ਵਡਭਾਗੇ ਜੀਵ ਇਸ ਨਾਮ ਰੂਪੀ ਅੰਮ੍ਰਿਤ ਦੀ ਸੰਭਾਲ ਕਰ ਲੈਂਦੇ ਹਨ, ਉਹਨਾਂ ਦੇ ਬੇਸ਼ੱਕ ਬੰਦ ਕੱਟੇ ਜਾਣ, ਖੋਪਰ ਉਤਾਰੇ ਜਾਣ, ਚਰਖੜੀਆਂ ਤੇ ਚਾੜੇ ਜਾਣ, ਸਵਾ ਮਣ ਦੇ ਪੀਸਣ ਪਿਸਵਾਏ ਜਾਣ, ਟੋਟੇ ਕਰਕੇ ਬੱਚਿਆਂ ਦੇ ਹਾਰ ਗਲਾਂ ਵਿੱਚ ਪਾਏ ਜਾਣ, ਤੇ ਜਾਂ ਫਿਰ ਬੰਦਾ ਸਿੰਘ ਬਹਾਦਰ ਵਾਂਗ ਅੱਖਾਂ ਸਾਹਮਣੇ ਉਸਦੇ ਹੀ ਬੱਚੇ ਦਾ ਦਿਲ ਕੱਢ ਕੇ ਮੂੰਹ ਵਿੱਚ ਪਾਇਆ ਜਾਵੇ, ਉਹ ਨਾਮ ਅੰਮ੍ਰਿਤ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ। ਉਹਨਾਂ ਸਰੀਰਕ ਮੌਤ ਤੋਂ ਪਹਿਲਾਂ ਹੀ ਆਤਮਿਕ ਮੌਤ ਤੇ ਜਿੱਤ ਪ੍ਰਾਪਤ ਕਰ ਲਈ ਹੁੰਦੀ ਹੈ। ਇਸ ਲਈ ਸਰੀਰਕ ਮੌਤ ਤੋਂ ਮਗਰੋਂ ਵੀ ਉਹ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀ ਬਾਣੀ ਵਿੱਚ ਅੰਮ੍ਰਿਤ ਦਾ ਸੰਕਲਪ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਸੋਹਣ ਸਿੰਘ। ਧੁਰ ਕੀ ਬਾਣੀ ਦਾ ਅੰਮ੍ਰਿਤ ਨਿਰੰਤਰ ਵਰ ਰਿਹਾ ਹੈ, ਪਰ ਇਸ ਦੀ ਮਹਿਮਾ ਨੂੰ ਕੋਈ ਵਿਰਲਾ ਹੀ ਜਾਣ ਸਕਿਆ ਹੈ। ਜਿਨ੍ਹਾਂ ਗੁਰਮੁਖਾਂ ਨੇ ਇਸ ਅੰਮ੍ਰਿਤ ਦੀ ਸਾਰ ਨੂੰ ਜਾਣ ਲਿਆ ਹੈ, ਇਸ ਦੀ ਮਹਿਮਾ ਨੂੰ ਬੁੱਝ ਲਿਆ ਹੈ, ਉਹਨਾਂ ਨੇ ਇਹ ਅਮੋਲਕ ਅੰਮ੍ਰਿਤ ਆਪਣੇ ਹਿਰਦੇ ਘਰ ਵਿੱਚ ਸਥਾਪਿਤ ਕਰ ਲਿਆ ਹੈ। ਅੰਮ੍ਰਿਤ ਸਦਾ ਵਰਸਦਾ, ਬੂਝਣ ਹਾਰ, ਗੁਰਮੁਖ ਜਿਨੀ ਬੂਝਿਆ, ਹਰ ਅੰਮ੍ਰਿਤ ਰੱਖਿਆ ਉਰਤਾਰ। ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਸ ਸ਼ਬਦ ਦਾ ਗਾਇਨ। ਅੰਮ੍ਰਿਤ ਸਦਾ ਵਰਸਦਾ, ਅੰਮ੍ਰਿਤ ਸਦਾ ਵਰਸਦਾ, ਬੂਝਣ ਹਾਰ, ਬੂਝਣ ਹਾਰ, ਬੂਝਣ ਹਾਰ, ਬੂਝਣ ਹਾਰ, ਅੰਮ੍ਰਿਤ ਸਦਾ ਵਰਸਦਾ,
ਗੁਰਮੁਖ ਜਿਨੀ ਬੂਝਿਆ, ਗੁਰਮੁਖ ਜਿਨੀ ਬੂਝਿਆ, ਹਰ ਅੰਮ੍ਰਿਤ ਰਖਿਆ ਉਰਤਾਰ, ਹਰ ਅੰਮ੍ਰਿਤ ਰਖਿਆ ਉਰਤਾਰ, ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਧੇ, ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਧੇ, ਹਉ ਮੈਂ ਤ੍ਰਿਸ਼ਨਾ ਮਾਰ, ਹਉ ਮੈਂ ਤ੍ਰਿਸ਼ਨਾ ਮਾਰ, ਹਉ ਮੈਂ ਤ੍ਰਿਸ਼ਨਾ ਮਾਰ, ਅੰਮ੍ਰਿਤ ਸਦਾ ਵਰਸਦਾ, ਅੰਮ੍ਰਿਤ ਸਦਾ ਵਰਸਦਾ, ਬੂਝਨ ਬੂਝਣ ਹਾਰ, ਬੂਝਨ ਬੂਝਣ ਹਾਰ, ਬੂਝਨ ਬੂਝਣ ਹਾਰ, ਬੂਝਨ ਬੂਝਣ ਹਾਰ, ਅੰਮ੍ਰਿਤ ਸਦਾ ਵਰਸਦਾ, ਅੰਮ੍ਰਿਤ ਸਦਾ ਵਰਸਦਾ। ਅੰਮ੍ਰਿਤ ਹਰ ਕਾ ਨਾਮ ਹੈ, ਅੰਮ੍ਰਿਤ ਹਰ ਕਾ ਨਾਮ ਹੈ, ਬਰਸੈ ਕਿਰਪਾ ਤਾਰ, ਨਾਨਕ ਗੁਰਮੁਖ ਨਦਰੀ ਆਇਆ, ਹਰ ਆਤਮ ਰਾਮ ਮੁਰਾਰ, ਹਰ ਆਤਮ ਰਾਮ ਮੁਰਾਰ, ਅੰਮ੍ਰਿਤ ਸਦਾ ਵਰਸਦਾ, ਅੰਮ੍ਰਿਤ ਸਦਾ ਵਰਸਦਾ, ਬੂਝਨ ਬੂਝਣ ਹਾਰ, ਬੂਝਨ ਬੂਝਣ ਹਾਰ, ਅੰਮ੍ਰਿਤ ਸਦਾ, ਅੰਮ੍ਰਿਤ ਸਦਾ, ਅੰਮ੍ਰਿਤ ਸਦਾ ਵਰਸਦਾ, ਵਰਸਦਾ। ਅੰਮ੍ਰਿਤ ਸਦਾ ਵਰਸਦਾ, ਬੂਝਨ ਬੂਝਣ ਹਾਰ, ਗੁਰਮੁਖ ਜਿਨੀ ਬੂਝਿਆ, ਹਰ ਅੰਮ੍ਰਿਤ ਰਖਿਆ ਉਰਤਾਰ। ਇਸ ਸ਼ਬਦ ਦਾ ਗਾਇਨ ਕੀਤਾ ਸੀ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ। ਹਰ ਅੰਮ੍ਰਿਤ